ਕਰਾਂਗੇ ਲੱਖਾ ਸਿਧਾਣਾ ਦੀ। ਲੱਖਾ ਸਿਧਾਣਾ ਦਾ ਭਰਾ ਬਠਿੰਡਾ ਦੇ ਵਿੱਚ ਦਾਖਲ ਹੈ, ਸਿਵਲ ਹਸਪਤਾਲ ਦੇ ਵਿੱਚ ਗੁਰਦੀਪ ਸਿੰਘ ਦਾਖਲ ਹੈ ਔਰ ਦਿੱਲੀ ਪੁਲਿਸ ਤੇ ਗੁਰਦੀਪ ਦੀ ਕੁੱਟਮਾਰ ਕਰਨ ਗਏ ਨੇ। ਲੱਖਾ ਸਿਧਾਣਾ ਦੇ ਚਾਚੇ ਦਾ ਬੇਟਾ ਹੈ ਗੁਰਦੀਪ ਸਿੰਘ ਔਰ ਪਟਿਆਲਾ ਤੋਂ ਪੁਲਿਸ ਵੱਲੋਂ ਚੁੱਕੇ ਜਾਣ ਦਾ ਦਾਵਾ ਇਹ ਕੀਤਾ ਗਿਆ ਹੈ ਗੁਰਦੀਪ ਸਿੰਘ ਵੱਲੋਂ ਤੇ ਦੱਸਿਆ ਜਾ ਰਿਹਾ ਹੈ ਕਿ ਕੁਝ ਅਣਪਛਾਤੇ ਲੋਕਾਂ ਨੇ ਗੁਰਦੀਪ ਸਿੰਘ ਨੂੰ गिरफ्तार कर लिया सी, अपने नाल लेके गए सी और उस तो बाद उसकी जम के कुटमार की गई, जिस तो बाद लखा सिधाना दा भरा हुण बठिंडा दे विच सिविल हस्पताल दे विच दाखिल है और उसका इलाज चल रहा है। दिल्ली पुलिस ते गुरदीप दी कुटमार करने दे इल्जाम लगे ने। दस्सिया जा रहा है कि इल्जाम लगाया जा रहा है कि दिल्ली पुलिस दे कुछ मुलाजम सिविल वर्दी दे विच आए सी और लखा सिधाना दे चाचे दे बेटे नूं अपने नाल लेके चले गए और उस तो बाद उसकी जम के कुटमार की गई, जिस तो बाद फिलहाल लखा सिधाना दा इह भरा जेरे इलाज है। हाँ भाई जी, अज दे जिहड़ा तुहाडे ब्रदर नाल प्रॉब्लम हुई है ਉਹਦੇ ਬਾਰੇ ਕੀ ਕਹਿਣਾ ਤੁਹਾਡਾ? मैं बई वीरे मैं ਤਾਂ ਦਰਅਸਲ ਕੱਲ ਦਾ ਦਿੱਲੀ ਗਿਆ ਵਾ ਸੀਗਾ ਨਾ। ਮੈਨੂੰ ਜਦੋਂ ਹੀ ਵੈਸੇ ਕੱਲ ਪਤਾ ਲੱਗ ਗਿਆ ਸੀਗਾ ਵੀ ਆਹ ਜਿਹੜੀ ਘਟਨਾ ਵਾਪਰ ਗਿਆ, ਸਾਡੇ ਕੋਲ ਸੀਸੀਟੀਵੀ ਫੁਟੇਜ ਆ ਗਈ ਸੀਗੀ। ਜਦੋਂ ਨੂੰ ਚੱਕ ਕੇ ਲੈ ਗਏ, ਪੇਪਰ ਦੇਣ ਗਿਆ ਸੀ ਲਾਦਾ ਪਟਿਆਲੇ, ਉੱਥੇ ਉਹਨੂੰ ਚੱਕ ਕੇ ਲੈ ਗਏ ਤੇ ਇਹ ਸਾਡੇ ਕੋਲੇ ਬਾਈ ਅੱਜ ਹੱਥ ਨੇ ਪਹੁੰਚਿਆ, ਉਹ ਵੀ ਬੇਹੋਸ਼ੀ ਦੀ ਹਾਲਤ 'ਚ ਪਹੁੰਚਿਆ। ਉੱਥੇ ਜਾ ਕੇ ਅਸੀਂ ਪਟਿਆਲੋਂ ਬੰਦੇ ਲੈ ਕੇ ਆਏ। ਪਰ ਮੈਂ ਇਹਨੂੰ ਆ ਕੇ ਜਦੋਂ ਪੁੱਛਿਆ, ਪਹਿਲਾਂ ਦੱਸ ਹੀ ਨਹੀਂ ਸੀ ਰਿਹਾ ਵੀ ਯਾਰ ਇੰਨਾ ਡਰਿਆ ਹੋਇਆ ਸੀ ਨਾ, ਕਿਉਂਕਿ ਪਹਿਲਾਂ ਬਾਈ ਇਹ 2 ਮਹੀਨੇ ਹੋ ਗਏ ਲਗਾਤਾਰ ਬਿਮਾਰ ਰਿਹਾ, ਡੀਐਮਸੀ ਦਾਖਲ ਰਿਹਾ, ਕਿਸੇ ਸੰਘਰਸ਼ ਦੇ ਵਿੱਚ ਵੀ ਇੱਕ ਅੱਧਾ ਦਿਨ ਭਾਵੇਂ ਗਿਆ ਹੋਵੇ, ਕਦੇ ਗਿਆ ਹੀ ਨਹੀਂ। ਤਾਂ ਇਹੋ ਜਿਹਾ ਇਹਨਾਂ ਨੇ ਮਤਲਬ ਕਿ ਮੈਨੂੰ ਦੱਸਿਆ, ਉਹ ਕਹਿੰਦਾ ਮੈਨੂੰ ਇੱਥੋਂ ਲਿਜਾ ਕੇ ਤਾਂ ਉਹਨੇ ਗੱਡੀ 'ਚ ਸਿੱਟ ਕੇ ਮੇਰੇ ਮੂੰਹ 'ਚ ਬਾਈ ਕੱਪੜਾ ਦੇਤਾ, ਉੱਤੋਂ ਦੀ ਮੇਰੇ ਬੰਨ੍ਹ ਕੇ ਲੀੜਾ ਅੱਖਾਂ ਉੱਖਾਂ ਬੰਨ੍ਹ ਲਈਆਂ। ਗਾਹਾਂ ਜਾ ਕੇ ਮੈਨੂੰ ਕੁੱਟਣ ਲੱਗ ਕੇ ਦੱਸਿਆ, ਕਹਿੰਦੇ ਵੀ ਅਸੀਂ ਦਿੱਲੀ ਸਪੈਸ਼ਲ ਸੈੱਲ ਵਾਲੇ ਜਿਨ੍ਹਾਂ ਨੇ ਦੀਪ ਨੂੰ ਫੜਿਆ ਸੀ ਅਸੀਂ ਉਹ ਆ। ਤਾਂ ਇਹਨੂੰ ਬਾਈ ਲਿਜਾ ਕੇ ਤਲੀਆਂ ਤੁਲੀਆਂ ਵੀ ਕੁੱਟੀਆਂ। ਬਾਕੀ ਤੁਸੀਂ ਦੇਖ ਕੇ ਆਏ ਹੋ ਬਾਈ, ਸਾਰੇ ਆ ਲੀਲ ਪਾਏ ਪਏ ਆ ਮਗਰ ਹਨਾ ਕੁੱਟ ਦੇ। ਤਾਂ ਉਹਦੇ ਚ ਇਹਨਾਂ ਨੇ ਮਤਲਬ ਕਿ ਇਹਨੂੰ ਮੈਨੂੰ ਪੁੱਛਿਆ, ਮੈਂ ਕਿਹਾ ਵੀ ਵਜ੍ਹਾ ਕੀ ਸੀ? ਉਹ ਕਹਿੰਦੇ ਸਾਨੂੰ ਪੁੱਛਦੇ ਰਹੇ ਵੀ ਲੱਖਾ ਕਿੱਥੇ ਆ। ਤਾਂ ਕਹਿੰਦੇ ਵੀ ਅਸੀਂ ਵੀ ਮੈਂ ਕਿਹਾ ਜੀ ਮੈਨੂੰ ਤਾਂ ਪਤਾ ਨਹੀਂ ਹੈ ਵੀ ਇਹ ਕਹਿੰਦੇ ਤੂੰ ਲੱਖੇ ਦੀਆਂ ਰੇਲਿੰਗਾਂ ਦਾ ਪ੍ਰਬੰਧ ਕਰਦਾ, ਐ ਕਰਦਾ, ਉਹ ਕਰਦਾ ਹਨਾ। ਤੇ ਮਤਲਬ ਕਿ ਇਹਨੂੰ ਕਹਿੰਦੇ ਵੀ ਤੈਨੂੰ ਟ੍ਰੇਲਰ ਦਿਖਾਇਆ, ਦੱਸਦੀ ਲੱਖੇ ਨੇ ਤੂੰ ਕਈ ਗੁਣਾ ਭੈੜੀ ਕਰਨੀ ਆ, ਨਹੀਂ ਸੰਘਰਸ਼ ਦਾ ਛੱਡੇ ਖੜਾ ਤੇ ਪੇਸ਼ ਹੋ ਜੇ। ਉਹਨੇ ਬੋਲਣ ਨੇ ਦੱਸਿਆ, ਕਹਿੰਦੇ ਅਸੀਂ ਉਹ ਬੰਦੇ ਆ ਟਾਸਕ ਫੋਰਸ ਦੇ ਜਿਨ੍ਹਾਂ ਨੇ ਦੀਪ ਸਿੱਧੂ ਨੂੰ ਮਤਲਬ ਤੁਹਾਨੂੰ ਮੈਂ ਉਹ ਬੋਲੀ ਨਹੀਂ ਬੋਲ ਸਕਦਾ ਜਿਹੜੀ ਬੋਲੇ ਸੀ ਵੀ ਅਸੀਂ ਉਹ ਬੰਦੇ ਆ। ਜਾਂ ਤਾਂ ਲੱਖੇ ਸਿਧਾਣੇ ਨੂੰ ਕਹਦੇ ਚੁੱਪ ਕਰਕੇ ਘਰੇ ਬਹਿ ਜਾ, ਜੁਨੀਆਂ ਨਾਲ ਜਿਹਨਾਂ ਨਾਲ ਕੁਛ ਨਹੀਂ ਹੁੰਦੀਆਂ, ਆਪਦੇ ਘਰੇ ਟਿਕ ਜਾ, ਤੂੰ ਬੋਲਣਾ ਨਹੀਂ। ਤੇ ਨਹੀਂ ਤੈਨੂੰ ਤਾਂ ਟੇਲਰ ਹੀ ਦਿਖਾਇਆ ਤੇ ਬਾਕੀ ਫਿਲਮ ਤਾਂ ਲੱਖੇ ਤੇ ਪਾਵਾਂਗੇ। ਨਹੀਂ ਜੀ, ਪੰਜਾਬ ਸਰਕਾਰ ਬਿਲਕੁਲ ਦੋਸ਼ੀ ਨਹੀਂ ਜੀ। ਦਿੱਲੀ ਪੁਲਿਸ ਨੇ ਪਟਿਆਲਿਓਂ ਆ ਕੇ ਚੱਕਿਆ, ਦਿੱਲੀ ਪੁਲਿਸ, ਦਿੱਲੀ ਸਰਕਾਰ ਜ਼ਿੰਮੇਵਾਰ ਹੈ, ਪੰਜਾਬ ਸਰਕਾਰ। फिलहाल इस खबर से वधेरे जानकारी वास्ते मेरे सहयोगी बठिंडा तो सूरज पांसर नाल जुड़ चुके ने। सूरज, सब तो पहला ते जो लखे सिधाने दा भरा है उसदी की कुछ हालत है इस वेले जेरे इलाज दस्सिया जा रहा है। इस दे नाल ये भी समझना चाहांगे कि तुसी अणपछाते लोकां दा जिक्र कर रहे सी, हुण तक कुछ साफ हो पाया है कि अणपछाते कौन सी? देखो जी, जिस तरह की जानकारी है लखा सिधानिया के जरिए सानू मिली है, वही कह रहे हैं कि उन्होंने ब्रदर सी ਜਿਹੜੇ ਪਟਿਆਲਾ ਗਏ ਸੀ, ਉੱਥੇ ਪੇਪਰ ਦੇਣ ਗਏ ਸੀ ਤੇ ਉੱਥੇ ਆ ਕੇ ਜਿਹੜਾ ਦਿੱਲੀ ਪੁਲਿਸ ਦੇ ਜਿਹੜੇ ਸਪੈਸ਼ਲ ਸਟਾਫ ਦੇ ਉਹਨਾਂ ਸਪੈਸ਼ਲ ਬ੍ਰਾਂਚ ਦੇ ਜਿਹੜੇ ਸਪੈਸ਼ਲ ਸੈੱਲ ਦੇ ਪੁਲਿਸ ਕਰਮਚਾਰੀ ਸੀ, ਉਹ ਸਾਦੇ ਵਰਦੀ ਦੇ ਵਿੱਚ ਸੀ ਕਿ ਉਹ ਇਹਨਾਂ ਨੂੰ ਚੱਕ ਕੇ ਲੈ ਗਏ ਦਿੱਲੀ। ਇਹਨਾਂ ਦੀ ਕੁੱਟਮਾਰ ਕੀਤੀ ਗਈ ਤੇ ਉਸ ਤੋਂ ਬਾਅਦ ਆਖਿਰਕਾਰ ਉਸ ਨੂੰ ਬਾਏ ਬੱਸ ਵਾਪਸ ਭੇਜ ਦਿੱਤਾ ਗਿਆ ਅੰਬਾਲਾ ਤੋਂ ਬਾਅਦ ਉਹ ਘਰੇ ਆਉਂਦਾ ਹੈ। ਹਾਲਾਂਕਿ ਦੇਰ ਰਾਤ ਇਸ ਨੂੰ ਹਸਪੀਟਲ ਵਿੱਚ ਭਰਤੀ ਕਰਾਇਆ। ਡਾਕਟਰਾਂ ਦੀ ਮੰਨੀਏ ਤਾਂ ਉਹ ਕਹਿ ਰਹੇ ਕਿ ਹਾਲਤ ਠੀਕ ਹੈ, ਸੱਟਾਂ ਦੇ ਨਿਸ਼ਾਨ ਜਾਂ ਇੰਜਰੀ ਦੇ ਨਿਸ਼ਾਨ ਹੋ ਸਕਦਾ ਉਹ ਡਿੱਗ ਕੇ ਹੋਏ ਹੋਣ, ਇਹ ਵੀ ਹੋ ਸਕਦਾ ਕਿ ਉਹਨਾਂ ਦੀ ਕੁੱਟਮਾਰ ਕੀਤੀ ਹੋਵੇ। ਡਾਕਟਰਾਂ ਨੇ ਇਹ ਚੀਜ਼ ਕਲੀਅਰ ਨਹੀਂ ਕੀਤੀ ਹੈ, ਪਰ ਇਹ ਜ਼ਰੂਰ ਕੀਤੀ ਹੈ ਕਿ ਨਿਸ਼ਾਨ ਨੇ ਉਹਦੀ ਬਾਡੀ ਦੇ ਉੱਪਰ, ਪਰ ਸਿਹਤ ਹੈ ਉਹਨਾਂ ਦੀ ਪਹਿਲਾਂ ਦੇ ਮੁਕਾਬਲੇ ਬਿਲਕੁਲ ਠੀਕ ਹੈ। ਹਲਕਾ ਦਰਦ ਜ਼ਰੂਰ ਹੋ ਰਿਹਾ ਹੈਗਾ। ਔਰ ਦੂਸਰੇ ਪਾਸੇ ਲੱਖਾ ਸਿਧਾਣਾ ਇਹੀ ਕਹਿ ਰਿਹਾ ਕਿ ਪੰਜਾਬ ਸਰਕਾਰ ਇਸ ਪੂਰੇ ਮਾਮਲੇ ਦੇ ਵਿੱਚ ਇੰਟਰਫੇਅਰ ਕਰੇ, ਕਿਉਂਕਿ ਦਿੱਲੀ ਦੀ ਪੁਲਿਸ ਪੰਜਾਬ ਦੇ ਵਿੱਚ ਆਉਂਦੀ ਹੈ ਤੇ ਪੰਜਾਬ ਦੇ ਵਿੱਚੋਂ ਜ਼ਬਰਦਸਤੀ ਕਿਸੇ ਨੂੰ ਚੱਕ ਕੇ ਲੈ ਜਾਂਦੀ ਹੈ, ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਹੋਣੀ ਚਾਹੀਦੀ। ਦੂਸਰੇ ਪਾਸੇ ਸੰਯੁਕਤ ਮੋਰਚਾ ਤੋਂ ਵੀ ਉਹਨਾਂ ਨੇ ਮੰਗ ਕੀਤੀ ਹੈ ਕਿ ਸਿਰਫ ਇਹ ਲੱਖੇ ਦੇ ਪਰਿਵਾਰ ਤੇ ਹਮਲਾ ਨਹੀਂ ਹੈ, ਲੱਖੇ ਦਾ ਭਰਾ ਨਹੀਂ ਚੱਕਿਆ, ਕੱਲ ਨੂੰ ਤੁਹਾਡੇ ਵੀ ਭਰਾ ਜਾਂ ਭਤੀਜੇ ਚੱਕੇ ਜਾ ਸਕਦੇ ਨੇ। ਤਾਂ ਕਰਕੇ ਫਿਲਹਾਲ ਦਿੱਲੀ ਪੁਲਿਸ ਦੇ ਖਿਲਾਫ ਉਹ ਕਹਿ ਰਹੇ ਨੇ ਕਿ ਸਾਨੂੰ ਲਾਮਬੰਦ ਹੋਣ ਦੀ ਲੋੜ ਹੈ। ਪੰਜਾਬ ਦੇ ਵਿੱਚ ਹੋਰ ਵੀ ਜਗ੍ਹਾ ਤੇ ਪੁਲਿਸ ਗ੍ਰਿਫਤਾਰੀਆਂ ਕਰੂਗੀ ਤੇ ਇਸੇ ਤਰ੍ਹਾਂ ਨੌਜਵਾਨਾਂ ਨੂੰ ਟਾਰਚਰ ਵੀ ਕਰੂਗੀ। ਜੀ सूरज, इस शख्स की जो नौजवान की असीं गल कर रहे हैं लखा सिधाना दा भरा दस्सिया जा रहा है कि इसके परिवार वालों अप्रोच किया गया है, कोई कंप्लेंट दायर की गई है? देखो, जे रात तक की गल की जाए तो सुबह तक कोई भी फिलहाल शिकायत नहीं की गई थी, पर हुण जदों हॉस्पिटल दे विच एडमिट होंदे तां जाहिर तौर पर पुलिस आएगी, पुलिस नूं बयान भी लिखाए जाएंगे तो उस तो बाद आखिरकार बठिंडा की पुलिस किस तरह की कार्रवाई करती है। क्योंकि अगर बखूए की गल की जाए, बखूआ तो पटियाला का बंदा है, पटियाला पुलिस की इनफॉर्मेशन देनी बनती है, पर बठिंडा पुलिस पटियाला पुलिस नूं अगे इनफॉर्मेशन पास करती है। फिलहाल ये अज बयान लिखण तो बाद साफ हो जाना है।
जी ठीक है सूरज, फिलहाल शुक्रिया तमाम जानकारी वास्ते। ਤਾਂ ਵੱਡੀ ਖਬਰ ਤੁਹਾਨੂੰ ਦਿਖਾ ਰਿਹਾ ਜਿੱਥੇ ਕਿ ਪਹਿਲਾਂ ਲੱਖਾ ਸਦਾੜਾ ਚਰਚਾਵਾਂ ਦੇ ਵਿੱਚ ਸੀ ਔਰ ਹੁਣ ਉਸ ਦਾ ਚਾਚੇ ਦਾ ਮੁੰਡਾ ਵੀ ਚਰਚਾਵਾਂ ਦੇ ਵਿੱਚ ਹੋ ਗਿਆ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਇਸ ਸ਼ਖਸ ਨੂੰ ਚੁੱਕਿਆ ਗਿਆ ਸੀ ਔਰ ਸਿਵਲ ਵਰਦੀ ਦੇ ਵਿੱਚ ਕੁਝ ਲੋਕ ਆਏ ਸੀ ਜਿਨ੍ਹਾਂ ਨੇ ਇਸ ਨੂੰ ਜ਼ਬਰਨ ਚੁੱਕ ਲਿਆ ਜਿਸ ਵੇਲੇ ਇਹ ਲਾਅ ਦਾ ਪੇਪਰ ਦੇਣ ਆਇਆ ਹੋਇਆ ਸੀ ਔਰ ਉਸ ਤੋਂ ਬਾਅਦ ਇਸ ਦੀ ਜੰਮ ਕੇ ਕੁੱਟਮਾਰ ਵੀ ਕੀਤੀ ਗਈ ਹੈ। ਹੁਣ ਗੱਲ ਕਰਾਂਗੇ ਫਸਲ ਖਰੀਦ ਦੀ। ਸੂਬੇ ਦੇ ਵਿੱਚ ਕਣਕ ਦੀ ਖਰੀਦ ਦਾ ਅੱਜ ਦੂਜਾ ਦਿਨ ਹੈ ਔਰ ਮੰਡੀਆਂ ਦੇ ਵਿੱਚ ਕਣਕ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਨੇ। ਕੱਲ ਬਾਅਦ ਦੁਪਹਿਰ ਤੋਂ ਸ਼ੁਰੂ ਹੋਈ ਸੀ ਖਰੀਦ ਔਰ ਆੜਤੀਆਂ ਦੀ ਹੜਤਾਲ ਕਰਕੇ ਖਰੀਦ ਦੇ ਵਿੱਚ ਦਿੱਕਤ ਵੀ ਆਈ ਸੀ। ਸੀਐਮ ਦੇ ਨਾਲ ਮੀਟਿੰਗ ਤੋਂ ਬਾਅਦ ਆੜਤੀਆਂ ਨੇ ਹੜਤਾਲ ਛੱਡ ਦਿੱਤੀ ਸੀ ਔਰ ਪਹਿਲੇ ਦਿਨ 2642 ਮੈਟ੍ਰਿਕ ਟਨ ਦੀ ਖਰੀਦ ਵੀ ਹੋਈ ਹੈ। ਇਸ ਦੇ ਨਾਲ 130 ਲੱਖ ਮੈਟ੍ਰਿਕ ਟਨ ਕਣਕ ਖਰੀਦਣ ਦਾ ਟੀਚਾ ਇਸ ਵਾਰ ਰੱਖਿਆ ਗਿਆ ਹੈ। ਤਾਂ ਪਹਿਲਾਂ ਤੇ ਕਿਸਾਨਾਂ ਨੂੰ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ डायरेक्ट पेमेंट यानी कि सीधी अदायगी ਨੂੰ ਲੈ ਕੇ ਰੇੜਕਾ ਵਿਚਕਾਰ ਅੜਿਆ ਹੋਇਆ ਸੀ ਜਿਸ ਨੂੰ ਲੈ ਕੇ ਕਿਸਾਨ ਬੇहद ਪਰੇਸ਼ਾਨ ਸੀ ਕਿਉਂਕਿ ਆੜਤੀਆਂ ਵੱਲੋਂ ਔਰ ਮਜ਼ਦੂਰਾਂ ਵੱਲੋਂ ਦੋਹਾਂ ਹੀ ਵਰਗਾਂ ਵੱਲੋਂ ਜਿਹੜੀ ਹੈ ਹੜਤਾਲ ਕੀਤੀ ਜਾ ਰਹੀ ਸੀ। ਪਰ ਉਸ ਤੋਂ ਬਾਅਦ ਇੱਕ ਵੱਡੀ ਮੀਟਿੰਗ ਹੁੰਦੀ ਹੈ ਔਰ ਇਸ ਮੀਟਿੰਗ ਦੇ ਵਿੱਚ ਖੁਰਾਕ ਮੰਤਰੀ ਭਾਰਤ ਭੂਸ਼ਣ ਆਸ਼ੂ ਵੀ ਸ਼ਾਮਿਲ ਹੁੰਦੇ ਨੇ। ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮੀਟਿੰਗ ਦੇ ਵਿੱਚ ਅਗਵਾਈ ਕਰਕੇ ਗੱਲਬਾਤ ਕਰਦੇ ਆੜਤੀਆਂ ਦੇ ਨਾਲ ਔਰ ਉਸ ਤੋਂ ਬਾਅਦ ਆੜਤੀਆਂ ਨੂੰ ਮਨਾ ਲਿਆ ਜਾਂਦਾ ਔਰ ਉਹਨਾਂ ਨੂੰ ਪੂਰਾ ਭਰੋਸਾ ਦਿੱਤਾ ਜਾਂਦਾ ਹੈ ਕਿ ਉਹਨਾਂ ਨੂੰ ਸਿਸਟਮ ਤੋਂ ਵੱਖ ਨਹੀਂ ਕੀਤਾ ਜਾਵੇਗਾ। ਇਹ ਭਰੋਸਾ ਮਿਲਣ ਤੋਂ ਬਾਅਦ ਆੜਤੀਆਂ ਨੇ ਆਪਣੀ ਹੜਤਾਲ ਖਤਮ ਕਰ ਦਿੱਤੀ ਔਰ ਫਿਰ ਉਸ ਤੋਂ ਬਾਅਦ ਖਰੀਦ ਪ੍ਰਕਿਰਿਆ ਪੂਰੀ ਤਰ੍ਹਾਂ ਸ਼ੁਰੂ ਕੀਤੀ ਗਈ। ਤਾਂ ਸੂਬੇ ਦੇ ਵਿੱਚ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ, ਕਣਕ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਨੇ। ਕੱਲ ਵੀ ਕੁਝ ਤਸਵੀਰਾਂ ਅਸੀਂ ਵੱਖ-ਵੱਖ ਮੰਡੀਆਂ ਦੀ ਤੁਹਾਡੇ ਤੱਕ ਪਹੁੰਚਾਈਆਂ ਸੀ ਜਿੱਥੇ ਕਿ ਖਰੀਦ ਵਾਸਤੇ ਕਣਕ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਸੀ। ਹਾਲਾਂਕਿ ਕੱਲ ਕਿਸਾਨ ਬੇहद ਖੱਜਲ ਖੁਆਰ ਵੀ ਹੋ ਰਹੇ ਸੀ ਔਰ ਕੁਝ ਸਾਰ ਨਹੀਂ ਲਈ ਜਾ ਰਹੀ ਸੀ ਕਿਸਾਨਾਂ ਦੀ ਵੀ ਔਰ ਫਸਲ ਦੀ ਵੀ ਤੇ ਇਸ ਲਈ ਢੇਰ ਲੱਗਣੇ ਸ਼ੁਰੂ ਹੋ ਗਏ ਸੀ। ਪਰ ਉਸ ਤੋਂ ਬਾਅਦ ਜਦੋਂ ਆੜਤੀਆਂ ਦੇ ਨਾਲ ਪੂਰੀ ਗੱਲਬਾਤ ਕੀਤੀ ਗਈ ਔਰ ਸਰਕਾਰ ਨੇ ਖੁਦ ਵਿੱਚ ਦਖਲ ਦਿੱਤਾ ਔਰ ਆੜਤੀਆਂ ਨੂੰ ਭਰੋਸਾ ਦਿਵਾਇਆ ਤਾਂ ਉਸ ਤੋਂ ਬਾਅਦ ਕਣਕ ਦੀ ਖਰੀਦ ਸ਼ੁਰੂ ਕੀਤੀ ਗਈ। ਤਾਂ ਤੁਹਾਨੂੰ ਦੱਸ ਦਈਏ ਕਿ ਇਸ ਵਾਰ ਦਾ ਜੋ ਟੀਚਾ ਰੱਖਿਆ ਗਿਆ ਹੈ 130 ਲੱਖ ਮੈਟ੍ਰਿਕ ਟਨ ਕਣਕ ਖਰੀਦ ਦਾ ਟੀਚਾ ਇਸ ਵਾਰ ਦਾ ਰੱਖਿਆ ਗਿਆ ਹੈ ਔਰ ਅਗਰ ਪਹਿਲੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਪਹਿਲੇ ਦਿਨ 2642 ਮੈਟ੍ਰਿਕ ਟਨ ਦੀ ਖਰੀਦ ਹੋ ਚੁੱਕੀ ਹੈ ਤੇ ਵੱਖ-ਵੱਖ ਮੰਡੀਆਂ ਦਾ ਹਾਲ ਤੁਹਾਡੇ ਤੱਕ ਪਹੁੰਚਾਵਾਂਗੇ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇ ਵੱਖ-ਵੱਖ ਜਿਹੜੇ ਸਹਿਯੋਗੀ ਨੇ ਇਸ ਵੇਲੇ ਅੱਡ-ਅੱਡ ਮੰਡੀਆਂ ਦੇ ਵਿੱਚ ਮੌਜੂਦ ਨੇ ਔਰ ਕੀ ਕੁਝ ਉੱਥੇ ਹਾਲ ਹੈ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਇੱਕ ਵਾਰ ਰੁਕ ਕਰਦੇ ਆ ਮੇਰੇ ਸਹਿਯੋਗੀ ਰੋਪੜ ਤੋਂ ਸਾਡੇ ਨਾਲ ਅਵਤਾਰ ਕੰਬੋਜ ਜੁੜ ਚੁੱਕੇ ਨੇ। ਇਸ ਦੇ ਨਾਲ ਵੱਖ-ਵੱਖ ਥਾਵਾਂ ਦਾ ਹਾਲ ਵੀ ਤੁਹਾਡੇ ਤੱਕ ਪਹੁੰਚਾਇਆ ਜਾਵੇਗਾ। ਸਭ ਤੋਂ ਪਹਿਲਾਂ ਰੁਕ ਕਰਦੇ ਰੋਪੜ ਦਾ। ਅਵਤਾਰ ਕੀ ਕੁਝ ਹਾਲ ਨੇ ਮੰਡੀ ਦੇ ਕਿਉਂਕਿ ਕੱਲ ਅਸੀਂ ਜਦੋਂ ਇਸ ਵੇਲੇ ਹੀ ਗੱਲ ਕਰ ਰਹੇ ਸੀ ਤਾਂ ਉਸ ਵੇਲੇ ਆੜਤੀਆਂ ਵੱਲੋਂ ਔਰ ਮਜ਼ਦੂਰਾਂ ਵੱਲੋਂ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ ਔਰ ਕਿਸਾਨ ਜਿਹੜੇ ਨੇ ਉਹ ਖੱਜਲ ਖੁਆਰ ਹੋ ਰਹੇ ਸੀ। ਹੁਣ ਕੀ ਲੱਗਦਾ ਹੈ ਮੰਡੀ ਦੇ ਵਿੱਚ ਕਿਹੋ ਜਿਹੇ ਹਾਲਾਤ ਨਜ਼ਰ ਆ ਰਹੇ ਨੇ? ਜੀ ਨਵਜੋਤ, ਬਿਲਕੁਲ ਬੇਸ਼ੱਕ ਕੱਲ 10 ਅਪ੍ਰੈਲ ਨੂੰ ਰਸਮੀ ਤੌਰ ਤੇ ਪੰਜਾਬ ਦੀਆਂ ਵੱਖ-ਵੱਖ ਮੰਡੀਆਂ ਦੇ ਵਿੱਚ ਕਣਕ ਦੀ ਸਰਕਾਰੀ ਖਰੀਦ ਰਸਮੀ ਤੌਰ ਤੇ ਬੇਸ਼ੱਕ ਸ਼ੁਰੂ ਹੋ ਚੁੱਕੀ ਸੀ ਕਿਉਂਕਿ ਲਗਾਤਾਰ ਹੜਤਾਲ ਚੱਲੀ ਆ ਰਹੀ ਸੀ। ਆੜਤੀਆਂ ਦੀ ਰੇੜਕਾ ਸੀਗਾ। ਉਸ ਤੋਂ ਬਾਅਦ ਜਦੋਂ ਸ਼ਾਮ ਵੇਲੇ ਹੜਤਾਲ ਖੁੱਲਦੀ ਹੈ ਤਾਂ ਰਸਮੀ ਸ਼ੁਰੂਆਤ ਹੁੰਦੀ ਹੈ ਪਰੰਤੂ ਬਹੁਤੀ ਜ਼ਿਆਦਾ ਪੰਜਾਬ ਦੀ ਵੱਖ-ਵੱਖ ਮੰਡੀਆਂ ਦੇ ਵਿੱਚ ਖਰੀਦ ਨਹੀਂ ਹੋ ਸਕੀ। ਅੱਜ ਉਮੀਦ ਕੀਤੀ ਜਾ ਰਹੀ ਹੈ ਅੱਜ ਇੱਕ ਤਰ੍ਹਾਂ ਦਾ ਪਹਿਲਾ ਦਿਨ ਕਿਉਂਕਿ ਕੱਲ ਸਾਰਾ ਦਿਨ ਹੜਤਾਲ ਦੇ ਰੇੜਕੇ ਵਿੱਚ ਨਿਕਲ ਗਿਆ। ਅੱਜ ਇੱਕ ਤਰ੍ਹਾਂ ਦਾ ਪਹਿਲਾ ਦਿਨ ਹੈ ਜਦੋਂ ਪ੍ਰੋਪਰ ਤਰੀਕੇ ਨਾਲ ਮੰਡੀਆਂ ਦੇ ਵਿੱਚ ਕਣਕ ਖਰੀਦੀ ਜਾਵੇਗੀ। ਅਸੀਂ ਇਸ ਵੇਲੇ ਰੂਪਨਗਰ ਦੀ ਅਨਾਜ ਮੰਡੀ ਵਿੱਚ ਮੌਜੂਦ ਹਾਂ। ਤੁਹਾਨੂੰ ਅਨਾਜ ਮੰਡੀ ਦੀ ਸਭ ਤੋਂ ਪਹਿਲਾਂ ਤਸਵੀਰਾਂ ਦਿਖਾਵਾਂਗੇ ਆਪਣੇ ਦਰਸ਼ਕਾਂ ਨੂੰ। ਅਨਾਜ ਮੰਡੀ ਦੇ ਵਿੱਚ ਕਿਸਾਨ ਕਣਕ ਲੈ ਕੇ ਪਹੁੰਚ ਰਹੇ ਹਨ। ਜੇਕਰ ਪੂਰੇ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਰੋਪੜ ਜ਼ਿਲ੍ਹੇ ਦੇ ਵਿੱਚ 23 ਪੱਕੀਆਂ ਅਨਾਜ ਮੰਡੀਆਂ ਨੇ ਤੇ 23 ਆਰਜੀ ਤੌਰ ਤੇ ਕੁੱਲ ਮਿਲਾ ਕੇ 46 ਅਨਾਜ ਮੰਡੀਆਂ ਦੇ ਵਿੱਚ ਕਣਕ ਦੀ ਖਰੀਦ ਦਾ ਕੰਮ ਪੰਜਾਬ ਸਰਕਾਰ ਦੇ ਵੱਲੋਂ ਸ਼ੁਰੂ ਕੀਤਾ ਗਿਆ ਹੈ ਅਤੇ ਅੱਜ ਕੱਲ ਕਿਉਂਕਿ ਰਸਮੀ ਤੌਰ ਤੇ ਸ਼ੁਰੂ ਹੋ ਗਿਆ ਸੀ ਅੱਜ ਉਮੀਦ ਕੀਤੀ ਜਾ ਰਹੀ ਹੈ ਕਿ ਕਣਕ ਦੀ ਵਧੇਰੇ ਆਮਦ ਹੋਵੇਗੀ। ਕੱਲ ਦੇ ਦਿਨ ਜੋ ਪਹਿਲਾ 10 ਅਪ੍ਰੈਲ ਦਾ ਦਿਨ ਸੀ 225 ਮੀਟ੍ਰਿਕ ਟਨ ਰੂਪਨਗਰ ਜ਼ਿਲ੍ਹੇ ਦੀ ਵੱਖ-ਵੱਖ 46 ਮੰਡੀਆਂ ਦੇ ਵਿੱਚ ਕਣਕ ਆਈ ਸੀ ਜਿਸ ਦੇ ਵਿੱਚੋਂ ਕੇਵਲ 99 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਸੀ। ਆੜਤੀ ਭਾਈਚਾਰਾ ਵੀ ਤਸਵੀਰਾਂ ਦੇ ਵਿੱਚ ਦਿਖਾਵਾਂਗੇ। ਆੜਤੀ ਭਾਈਚਾਰੇ ਦੇ ਵਿੱਚ ਬੇਸ਼ੱਕ ਉਤਸ਼ਾਹ ਵੀ ਹੈਗਾ, ਮੰਡੀਆਂ ਦੇ ਵਿੱਚ ਮੌਜੂਦ ਵੀ ਨੇ ਕਿਉਂਕਿ ਸੀਜ਼ਨ ਹੁੰਦਾ ਹੈ 6 ਮਹੀਨੇ ਬਾਅਦ ਸੀਜ਼ਨ ਆਣਾ ਹੁੰਦਾ। ਆੜਤੀਆਂ ਨੇ ਫਸਲ ਦੀ ਖਰੀਦ ਕਰਨੀ ਹੁੰਦੀ। ਸਾਰਾ ਦਾਰੋਮਦਾਰ ਪੰਜਾਬ ਦਾ ਪੂਰਾ ਸਰਕਲ ਜੋ ਆਰਥਿਕ ਸਰਕਲ ਹੈ ਉਹ ਅਨਾਜ ਮੰਡੀਆਂ ਦੇ ਉੱਪਰ ਫਸਲ ਦੇ ਉੱਪਰ ਕਿਸਾਨਾਂ ਦੇ ਉੱਪਰ ਨਿਰਭਰ ਕਰਦਾ ਹੈ। ਕੁਝ ਆਪਾਂ ਆੜਤੀਆਂ ਦੇ ਨਾਲ ਗੱਲ ਵੀ ਕਰਨੀ ਚਾਹਾਂਗੇ। ਭਾਜੀ ਕਿਸ ਤਰ੍ਹਾਂ ਦੀ ਖਰੀਦ ਦਾ ਪ੍ਰਬੰਧ ਹੈਗਾ ਕਿਉਂਕਿ ਕੱਲ ਰਸਮੀ ਤੌਰ ਤੇ ਸ਼ੁਰੂਆਤ ਹੋ ਗਈ ਹੈਗੀ ਹੈ। ਰੇੜਕਾ ਵੀ ਚੱਲਿਆ ਆ ਰਿਹਾ ਸੀਗਾ ਕਿ ਹੁਣ ਸਿੱਧੀ ਜਿਹੜੀ ਅਦਾਇਗੀ ਦਾ ਲੈ ਕੇ ਰੇੜਕਾ ਸੀਗਾ ਉਸ ਤੋਂ ਤੁਸੀਂ ਸੰਤੁਸ਼ਟ ਹੋ ਕਿਉਂਕਿ ਸਿੱਧੀ ਅਦਾਇਗੀ ਦਾ ਕੇਂਦਰ ਦਾ ਜੋ ਪੱਖ ਸੀਗਾ ਉਹੀ ਪੂਰਿਆ ਜਾ ਰਿਹਾ ਹੈਗਾ? ਦੇਖੋ ਜੀ ਜਿਹੜਾ ਤਾਂ ਸਿੱਧੀ ਅਦਾਇਗੀ ਦੇ ਸੰਤੁਸ਼ਟੀ ਦਾ ਸਾਡੀ ਬਿਲਕੁਲ ਨਹੀਂ ਹੋਈ ਕਿਉਂ ਪਰ ਫਿਰ ਵੀ ਪੰਜਾਬ ਸਰਕਾਰ ਦੇ
ਐਫਰਟਸ ਮੁਤਾਬਕ ਜਿਸ ਤਰ੍ਹਾਂ ਉਹਨਾਂ ਨੇ ਸਾਨੂੰ ਇਨਸਟਰਕਸ਼ਨਸ ਦਿੱਤੀਆਂ ਅਸੀਂ ਉਹਨਾਂ ਦੇ ਕਾਨੂੰਨ ਉਹਨਾਂ ਦੀ ਪਾਲਣਾ ਕਰਦੇ ਹੋਏ ਕੱਲ ਖਰੀਦ ਸ਼ੁਰੂ ਕਰਤੀ। ਉਮੀਦ ਹੈ ਕਿ ਜਿਸ ਤਰ੍ਹਾਂ ਉਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਆ ਉਹਨਾਂ ਵਾਅਦਿਆਂ ਮੁਤਾਬਕ ਅਸੀਂ ਉਹਨਾਂ ਦਾ ਸਹਿਯੋਗ ਕਰਾਂਗੇ ਤੇ ਪੂਰੀ ਤਰ੍ਹਾਂ ਜਿਸ ਤਰ੍ਹਾਂ ਹੋਊਗਾ ਸੀਜ਼ਨ ਸਿਰੇ ਲਾਉਣ ਦੀ ਕੋਸ਼ਿਸ਼ ਕਰਾਂਗੇ। ਜੀ ਨਵਜੋਤ, ਬਿਲਕੁਲ, ਕਿਉਂਕਿ ਕਾਲੜਾ ਗਰੁੱਪ ਦੇ ਵੱਲੋਂ ਕੱਲ ਜਦੋਂ ਹੜਤਾਲ ਖੋਲੀ ਗਈ ਸੀ ਉਸ ਤੋਂ ਬਾਅਦ ਚੀਮਾ ਗਰੁੱਪ ਦੇ ਵਿੱਚ ਹਜੇ ਵੀ ਨਾਰਾਜ਼ਗੀ ਪਾਈ ਜਾ ਰਹੀ ਹੈ। ਸਿੱਧੀ ਅਦਾਇਗੀ ਨੂੰ ਲੈ ਕੇ ਕਿਹਾ ਜਾ ਰਿਹਾ, ਖਬਰਾਂ ਜੋ ਸਾਡੇ ਸੂਤਰ ਦੱਸ ਰਹੇ ਨੇ, ਚੀਮਾ ਗਰੁੱਪ ਦੀ ਕੱਲ ਨੂੰ ਪੰਜਾਬ ਦੇ ਵਿੱਚ ਇੱਕ ਮੀਟਿੰਗ ਹੋਣ ਜਾ ਰਹੀ ਜਿਸ ਦੇ ਵਿੱਚ ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆੜਤੀ ਜੋ ਪ੍ਰਧਾਨ ਨੇ ਉਹਨਾਂ ਨੂੰ ਮੀਟਿੰਗ ਦੇ ਵਿੱਚ ਬੁਲਾਇਆ ਜਾ ਰਿਹਾ। ਇੱਕ ਅਸੀਂ ਹੋਰ ਆੜਤੀ ਭਰਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਅਵਤਾਰ ਸਿੰਘ ਜੀ, ਚੀਮਾ ਗਰੁੱਪ ਦੀ ਕੱਲ ਨੂੰ ਮੀਟਿੰਗ ਵੀ ਹੈਗੀ ਹੈ, ਕਿਸ ਤਰ੍ਹਾਂ ਦੇਖਦੇ ਹੋ? ਚੀਮਾ ਸਾਹਿਬ ਨੇ ਆਪਣਾ ਕੱਲ ਮੀਟਿੰਗ ਰੱਖੀ ਹੈ ਜੀ। ਬਾਕੀ ਜਿਹੜਾ ਇਹਨਾਂ ਨਾਲ ਸਿੱਧੀ ਅਦਾਇਗੀ ਦਾ ਕਰਿਆ ਇਹ ਤੇ ਅਸੀਂ ਖੁਸ਼ ਨਹੀਂ ਹੈਗੇ ਆ। ਚਲੋ ਸਰਕਾਰ ਦੀਆਂ ਹਦਾਇਤਾਂ ਕਰਕੇ ਕਿ ਕਿਸਾਨ ਪਹਿਲਾਂ ਵੀ ਪਰੇਸ਼ਾਨ ਆ, ਬਾਰਡਰ ਤੇ ਬੈਠੇ 4 ਮਹੀਨੇ ਹੋ ਗਏ। ਅਸੀਂ ਕਿਸਾਨਾਂ ਨੂੰ ਦੇਖਦੇ ਹੋਏ ਵੀ ਚਲੋ ਵੀ ਇਹਨਾਂ ਦਾ ਦਾਣਾ ਅਸੀਂ ਚੱਕੀਏ ਖਰੀਦ ਸ਼ੁਰੂ ਤਾਂ ਕਰਾ ਦਿੱਤੀ ਹੈ। ਜਦੋਂ ਸਿੱਧੀ ਅਦਾਇਗੀ ਤੇ ਅਸੀਂ ਖੁਸ਼ ਨਹੀਂ। ਬਿਲਕੁਲ ਜੀ, ਆੜਤੀ ਬੇਸ਼ੱਕ ਦਿਲ ਤੋਂ ਅੰਦਰੋਂ ਖੁਸ਼ ਨਹੀਂ, ਪਰੰਤੂ ਜੋ ਖਰੀਦ ਹੈ ਸਰਕਾਰੀ ਉਹ ਸ਼ੁਰੂ ਹੋ ਚੁੱਕੀ ਹੈ। ਇੱਕ ਹੋਰ ਆੜਤੀ ਭਰਾ ਨਾਲ ਗੱਲ ਕਰਾਂਗੇ। ਨਿਰਮਲ ਸਿੰਘ ਜੀ, ਕਿਸ ਤਰ੍ਹਾਂ ਦੀ ਵਿਵਸਥਾ ਹੈਗੀ? ਕਿਉਂਕਿ ਕਰੋਨਾ ਕਾਲ, ਪਿਛਲੇ ਸਾਲ ਵੀ ਕਰੋਨਾ ਕਾਲ ਸੀ, ਕਰੋਨਾ ਦੇ ਚਲਦਿਆਂ ਬੰਦੋਬਸਤ ਕੀਤੇ ਗਏ ਸੀ, ਤੁਸੀਂ ਵੀ ਮਾਸਕ ਲਗਾਇਆ ਹੋਇਆ, ਕਿਸ ਤਰ੍ਹਾਂ ਦੀ ਬੰਦੋਬਸਤ ਹੈਗੇ ਨੇ ਜੀ? ਅਵਤਾਰ ਜੀ, ਬੜਾ ਧੰਨਵਾਦ ਤੁਹਾਡਾ, ਪੰਜਾਬ ਨਿਊਜ਼ ਚੈਨਲ ਦਾ ਬਹੁਤ ਧੰਨਵਾਦ ਜਿਹੜੇ ਕਵਰੇਜ ਵਾਸਤੇ ਆਏ ਆ। ਇਹ ਜਿਹੜੀ ਹੁਣ ਹੜਤਾਲ ਖੁੱਲੀ ਆ, ਇਹ ਸਭ ਤੋਂ ਅਹਿਮ ਗੱਲ ਇਹਦੇ ਵਿੱਚ ਇਹੀ ਆ, ਜਿਹੜੇ ਜ਼ਿਮੀਂਦਾਰਾਂ ਦਾ, ਕਿਸਾਨਾਂ ਦਾ, ਜਿਹੜੇ ਪਹਿਲੇ ਹੀ ਵਿਚਾਰੇ ਬਹੁਤ ਦੁਖੀ ਆ, ਇਹਨਾਂ ਦੀ ਜਿਹੜੇ ਅਨਾਜ ਸਾਂਭਣੇ ਵਾਸਤੇ ਇਹ ਵੀ ਇੱਕ ਸਾਡੀ ਆੜਤੀਆਂ ਦੀ ਮਜਬੂਰੀ ਸਮਝੋ ਵੀ ਇਹਨਾਂ ਦੀ ਜਿਹੜੇ ਅਸੀਂ ਅਨਾਜ ਸਾਂਭਣਾ ਇਹ ਟਾਈਮ ਨਾਲੇ ਸਾਂਭ ਹੋਣਾ। ਸੋ ਬਾਕੀ ਕੁੱਲ ਮਿਲਾ ਕੇ ਗੱਲ ਇਹ ਆ, ਜੋ ਪੰਜਾਬ ਨਾਲ ਧੱਕਾ ਹੋ ਰਿਹਾ ਇਹ ਮੋਦੀ ਸਰਕਾਰ ਵੱਲ ਤੇ ਨਜਾਇਜ਼ ਧੱਕਾ ਕਰ ਰਹੇ ਆ। ਇਹਨਾਂ ਨੂੰ ਕਿ ਮੈਨੂੰ ਡਰ, ਸਾਡੇ ਕਿਤੇ ਮਨ ਵਿੱਚ ਸ਼ੱਕ ਆ ਵੀ ਇਹਨਾਂ ਨੂੰ ਖਮਿਆਜਾ ਭੁਗਤਣਾ ਪੈ ਸਕਦਾ। ਜਿਹੜਾ ਰਾਜਨੀਤਿਕ ਤੌਰ ਤੇ ਖਮਿਆਜਾ ਭੁਗਤ ਲਓ ਬਿਹਤਰ ਆ, ਪਰ ਜੇਕਰ ਜਿਸ ਤਰ੍ਹਾਂ ਦਾ ਪਹਿਲਾਂ ਅਸੀਂ ਆਪਣੀ ਜ਼ਿੰਦਗੀ 'ਚ ਪਹਿਲਾਂ ਮਾਹੌਲ ਹੰਢਾ ਚੁੱਕੇ ਆ, ਸਾਨੂੰ ਉਹਦਾ ਵੀ ਕਿਤੇ ਨਾ ਕਿਤੇ ਖਤਰਾ ਨਜ਼ਰ ਆਉਂਦਾ। ਕਿਉਂਕਿ ਪੰਜਾਬ ਹਮੇਸ਼ਾ ਹੀ ਮੋਹਰੀ ਰਿਹਾ, ਹਰ ਗੱਲ ਵਿੱਚ ਮੋਹਰੀ ਰਿਹਾ। ਇਸ ਕਰਕੇ ਇੱਥੋਂ ਦੀ ਜਿਹੜੀ ਜਨਰੇਸ਼ਨ ਆ, ਜਿਹੜੇ ਹੁਣ 15 ਸਾਲ ਤੋਂ ਲੈ ਕੇ 25 ਸਾਲ ਦੇ ਵਿੱਚ ਬੱਚੇ ਆ, ਗਰਮ ਖੂਨ ਆ, ਮੈਨੂੰ ਉਹਨਾਂ ਤੋਂ ਬੜਾ ਮੇਰੇ ਮਨ 'ਚ ਇੱਕ ਡਰ ਬੈਠਿਆ ਹੋਇਆ, ਉਹ ਕਰਾਹੇ ਪੈ ਸਕਦੇ ਆ। ਇਹ ਮੋਦੀ ਨੇ ਇੰਨੀ ਜ਼ਿਆਦਾ, ਮੇਰੇ ਕਹਿਣ ਤੋਂ ਮਤਲਬ ਲਫ਼ਜ਼ ਵਰਤਣੇ ਚਾਹੁੰਦੇ, ਇੰਨੀ ਅੱਤ ਚੱਕ ਲਈ ਵੀ ਦੇਖੋ ਪੰਜਾਬ ਨਾਲ ਧੱਕਾ, ਪੰਜਾਬ ਦੇ ਜ਼ਿਮੀਂਦਾਰ ਨਾਲ ਧੱਕਾ, ਪੰਜਾਬ ਸਰਕਾਰ ਨਾਲ ਧੱਕਾ ਤੇ ਪੰਜਾਬ ਦੇ ਆੜ੍ਹਤੀਆਂ ਨਾਲ ਧੱਕਾ। ਸਾਰੇ ਹਾਲਾਤਾਂ ਦੇ ਵਿੱਚ ਮੰਡੀਆਂ ਦੇ ਵਿੱਚ ਹੁਣ ਕਣਕ ਦੀ ਆਮਦ ਸ਼ੁਰੂ ਹੋ ਚੁੱਕੀ, ਖਰੀਦ ਵੀ ਸ਼ੁਰੂ ਹੋ ਚੁੱਕੀ ਹੈ। ਕਿੰਨਾ ਕੁ ਕਿਸ ਤਰ੍ਹਾਂ ਦਾ ਪ੍ਰਬੰਧਕ ਵਿਵਸਥਾ ਕਿਸ ਤਰ੍ਹਾਂ ਦੀ ਹੈਗੀ ਤੇ ਕਿਸਾਨ ਕਿਸ ਤਰ੍ਹਾਂ ਦੀ ਉਮੀਦ ਕਰਨ ਕਿ ਉਹਨਾਂ ਦਾ ਜਿਹੜਾ ਦਾਣਾ ਚੁੱਕਿਆ ਜਾਵੇਗਾ? ਦੇਖੋ ਜੀ, ਪੰਜਾਬ ਸਰਕਾਰ ਨੇ ਜਿਹੜੇ ਪ੍ਰਬੰਧ ਕਰਨੇ ਉਹਨਾਂ ਨੇ ਪੂਰੇ ਕਰੇ ਆ ਜੀ। ਪੰਜਾਬ ਸਰਕਾਰ ਦੇ ਹੱਥ ਵਿੱਚ ਆਪਾਂ ਨੂੰ ਵੀ ਪਤਾ ਕਿ ਕਿੰਨਾ ਕੁ ਕੰਟਰੋਲ ਆ। ਜਦੋਂ ਕਿ ਕੈਪਟਨ ਸਾਹਿਬ ਨੇ ਤਾਂ ਪਹਿਲਾਂ ਕਿਹਾ ਤਾਂ ਵੀ ਅਸੀਂ ਜਿਵੇਂ ਆੜ੍ਹਤੀਆਂ ਦੇ ਰਾਹੀਂ ਹੀ ਪੇਮੈਂਟ ਕਰਾਂਗੇ, ਪਰ ਉਹਨਾਂ ਦੇ ਹੱਥ ਵੱਸ ਨਹੀਂ ਹੋਇਆ। ਸਰਕਾਰ ਈਵਨ ਦੈਨ ਕੈਪਟਨ ਸਾਹਿਬ ਨੇ ਦੱਸਿਆ ਵੀ ਸੈਂਟਰ ਗਵਰਨਮੈਂਟ ਨੇ ਇੱਕ ਵਜੇ ਤਾਂ ਵੀ ਜੇ ਤੁਸੀਂ ਸਾਡੇ ਅਨੁਸਾਰ ਨਹੀਂ ਖਰੀਦ ਕਰਨੀ ਅਸੀਂ ਪੰਜਾਬ 'ਚ ਖਰੀਦੇ ਨਹੀਂ ਕਰੂੰਗੇ।